ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਖੀ ਸੂਰਜ ਪ੍ਰਕਾਸ਼ ਦੇ ਵਿੱਚੋਂ ਭਾਈ ਭਗਤੂ ਜੀ ਨਾਲ ਸੰਬੰਧਿਤ ਹੈ। ਭਾਈ ਭਗਤੂ ਜੀ ਜਿਨ੍ਹਾਂ ਦੇ ਪਿਤਾ ਦਾ ਨਾਮ ਆਦਮ ਸੀ ਤੇ ਆਦਮ ਜੀ ਦੇ ਘਰ ਕੋਈ ਵੀ ਸੰਤਾਨ ਨਹੀਂ ਹੋਈ ਸੀ ਤੇ ਉਹਨਾਂ ਦੀ ਉਮਰ ਵਡੇਰੀ ਹੋ ਗਈ। ਉਹਨਾਂ ਨੇ ਦੁਨੀਆ ਦੇ ਸਾਰੇ ਹੀ ਯਤਨ ਕਰਕੇ ਦੇਖ ਲਏ ਪਰ ਘਰ ਵਿੱਚ ਕੋਈ ਵੀ ਸੰਤਾਨ ਪੈਦਾ ਨਾ ਹੋਈ। ਇੱਕ ਦਿਨ ਕੀ ਹੋਇਆ ਕਿ ਉਹਨਾਂ ਨੇ ਕਿਸੇ ਗੁਰਸਿੱਖ ਨੂੰ ਮਿਲੇ ਤੇ ਗੁਰਸਿੱਖ ਨੂੰ ਕਿਹਾ, ਭਾਈ ਮੇਰੇ ਘਰ ਕੋਈ ਧੀ ਪੁੱਤਰ ਨਹੀਂ ਹੈ ਤੇ ਮੈਂ ਧੀ ਪੁੱਤਰ ਦੀ ਪ੍ਰਾਪਤੀ ਕਰਨਾ ਚਾਹੁੰਦਾ ਹਾਂ। ਅਨੇਕ ਉਪਾਅ ਕੀਤੇ ਹਨ ਪਰ ਕੋਈ ਫਾਇਦਾ ਨਹੀਂ ਹੋਇਆ। ਤੇ ਗੁਰੂ ਜੀ ਦੇ ਸਿੱਖ ਨੇ ਇਹ ਗੱਲ ਸੁਣ ਕੇ ਉਹਨਾਂ ਨੂੰ ਕਿਹਾ, ਭਾਈ ਜੇਕਰ ਤੁਸੀਂ ਮੇਰੀ ਗੱਲ ਮੰਨੋ ਤਾਂ ਗੁਰੂ ਨਾਨਕ ਦੇਵ ਜੀ ਇਸ ਜੱਗ ਵਿੱਚ ਜਿਹੜੇ ਅਵਤਾਰ ਹੋਏ ਹਨ, ਨਿਰੰਕਾਰ ਦਾ ਸਰੂਪ ਧਾਰਨ ਕੀਤਾ ਸੀ। ਉਹਨਾਂ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਜੀ ਤੇ ਹੁਣ ਮੌਜੂਦਾ ਸਮੇਂ ਵਿੱਚ ਗੁਰੂ ਰਾਮਦਾਸ ਜੀ ਹਨ। ਜੇਕਰ ਤੁਸੀਂ ਉਹਨਾਂ ਦੀ ਸ਼ਰਨ ਵਿੱਚ ਜਾਓ, ਅਰਦਾਸ ਬੇਨਤੀ ਕਰੋ ਤਾਂ ਤੁਹਾਡੇ ਘਰ ਜਿਹੜਾ ਹੈ ਧੀ ਪੁੱਤਰ ਪੈਦਾ ਹੋ ਸਕਦੇ ਹਨ। ਭਾਈ ਆਦਮ ਜੀ ਨੇ ਸੋਚਿਆ ਕਿ ਹੁਣ ਉਮਰ ਤਾਂ ਵਡੇਰੀ ਹੋ ਗਈ ਹੈ, ਧੀ ਪੁੱਤਰ ਤਾਂ ਪੈਦਾ ਨਹੀਂ ਹੋ ਸਕਦਾ, ਪਰ ਕਿਉਂ ਨਾ ਕਿ ਗੁਰੂ ਦੀ ਸ਼ਰਨ ਵਿੱਚ ਜਾ ਕੇ ਆਪਾਂ ਰੱਬ ਦੀ ਬੰਦਗੀ ਕਰਕੇ ਅਖੀਰਲਾ ਜਨਮ ਸਵਾਰ ਲਈਏ। ਇਸ ਤਰ੍ਹਾਂ ਦੋਨੋਂ ਜੀ, ਭਾਈ ਆਦਮ ਤੇ ਉਹਨਾਂ ਦੀ ਵਾਈਫ ਜਿਹੜੀ ਸੀ, ਦੋਨੋਂ ਜਣੇ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਗਏ ਤੇ ਨਮਸਕਾਰ ਕਰਕੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ। ਤੇ ਭਾਈ ਆਦਮ ਜੀ ਨੇ ਕੀ ਕਰਨਾ ਕਿ ਜੰਗਲ ਵਿੱਚ ਜਾਣਾ, 2 ਲੱਕੜਾਂ ਦੇ ਜਿਹੜੇ ਪੰਡਾਂ ਸਨ ਬੰਨਣੀਆਂ, ਇੱਕ ਪੰਡ ਗੁਰੂ ਘਰ ਦੇ ਦੇਣੀ ਤੇ ਦੂਜੀ ਪੰਡ ਜਿਹੜੀ ਸੀ ਆਪਣੇ ਘਰ ਰੱਖ ਲੈਣੀ। ਇਸ ਤਰ੍ਹਾਂ ਉਹਨਾਂ ਨੇ ਕਈ ਮਹੀਨੇ ਸੇਵਾ ਕਰਦੇ ਰਹੇ। ਇੱਕ ਵਾਰੀ ਕੀ ਹੋਇਆ ਕਿ ਸਰਦੀ ਦਾ ਮੀਂਹ ਆ ਗਿਆ ਤੇ ਉਧਰੋਂ ਮੀਂਹ ਜਿਹੜਾ ਪੈਣਾ ਸ਼ੁਰੂ ਹੋ ਗਿਆ, ਜਿਸ ਦੇ ਕਰਕੇ ਜਿਹੜਾ ਬਾਲਣ ਦੀ ਕਮੀ ਹੋਣ ਕਰਕੇ ਸਿੱਖ ਜਿਹੜੇ ਸਨ ਦੂਰੋਂ ਸੰਗ ਦਰਸ਼ਨ ਕਰਨ ਲਈ ਆਏ ਸਨ। ਠੰਡ ਦੇ ਮੌਸਮ ਵਿੱਚ ਉਹ ਅੰਗੀਠੀਆਂ ਨਾ ਬਾਲ ਸਕੇ ਜੋ ਕਿ ਟੈਂਪਰੇਚਰ ਨੂੰ ਸਹੀ ਰੱਖਦੀਆਂ ਸਨ। ਤਾਂ ਭਾਈ ਆਦਮ ਜੀ ਨੇ ਦੇਖਿਆ ਤਾਂ ਉਹਨਾਂ ਨੇ ਆਪਣੇ ਘਰ ਵਿੱਚ ਜਿਹੜਾ ਡੇਰੇ ਵਿੱਚ ਬਾਲਣ ਇਕੱਠਾ ਕੀਤਾ ਸੀ, ਉਹ ਸਾਰਾ ਜਿਹੜਾ ਬਾਲਣ ਸੀ ਗੁਰੂ ਘਰ ਪਹੁੰਚਾ ਦਿੱਤਾ। ਤੇ ਜਿੱਥੇ ਜਿੱਥੇ ਵੀ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆ ਕੇ ਬੈਠੇ ਹੋਏ ਸਨ, ਉੱਥੇ ਉੱਥੇ ਭੱਠੀਆਂ ਜਲਾ ਦਿੱਤੀਆਂ ਤੇ ਸਾਰੇ ਸਿੱਖਾਂ ਦਾ ਇਸ ਤਰ੍ਹਾਂ ਪਾਲੇ ਤੋਂ, ਠੰਡ ਤੋਂ ਜਿਹੜਾ ਬਚਾਅ ਹੋ ਗਿਆ। ਤਾਂ ਗੁਰੂ ਸਾਹਿਬ ਜੀ, ਗੁਰੂ ਰਾਮਦਾਸ ਜੀ ਨੇ ਜਦ ਦੇਖਿਆ ਕਿ ਸਾਰੇ ਪਾਸੇ ਜਿਹੜਾ ਹੈ ਪ੍ਰਬੰਧ ਵਧੀਆ ਹੋਇਆ ਹੈ, ਤਾਂ ਉਹਨਾਂ ਦੇ ਮਨ ਵਿੱਚ ਹੈਰਾਨੀ ਸੀ ਕਿ ਇਹ ਲੱਕੜਾਂ ਜਿਹੜੀਆਂ ਇਸ ਸਮੇਂ ਜਿਹੜੀਆਂ ਮਿਲੀਆਂ ਹਨ, ਇਹ ਕਿੱਥੋਂ ਮਿਲੀਆਂ ਹਨ। ਤਾਂ ਜਦੋਂ ਸਵੇਰੇ ਉਹਨਾਂ ਨੇ ਗੁਰਸਿੱਖਾਂ ਨੂੰ ਪੁੱਛਿਆ ਤਾਂ ਦੱਸਿਆ ਕਿ ਭਾਈ ਆਦਮ ਜੀ ਹਨ, ਉਹ ਗੁਰੂ ਘਰ ਦੇ ਵਿੱਚ ਜਿਹੜੀ ਹੈ ਸੇਵਾ ਕਾਫੀ ਸਮੇਂ ਤੋਂ ਕਰ ਰਹੇ, ਉਹੀ ਇਹ ਬਾਲਾਂ ਲੈ ਕੇ ਆਏ ਹਨ। ਤਾਂ ਸਵੇਰੇ ਗੁਰੂ ਸਾਹਿਬ ਜੀ ਨੇ ਭਾਈ ਆਦਮ ਜੀ ਨੂੰ ਬੁਲਾਇਆ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਬੜਾ ਖੁਸ਼ ਹੋਇਆ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਤੁਹਾਡੀ ਭਾਈ ਜਿਹੜਾ ਸੇਵਾ ਹੈ ਥਾਏ ਪਈ ਹੈ। ਗੁਰੂ ਪਾਤਸ਼ਾਹ ਜੀ ਅੰਤਰਜਾਮੀ ਸਨ, ਤਾਂ ਉਹਨਾਂ ਨੇ ਕਿਹਾ ਤੁਹਾਡੀ ਸੇਵਾ ਥਾਏ ਪੈ ਗਈ ਹੈ, ਤੁਸੀਂ ਜੋ ਵਾਰ ਮੰਗਣਾ ਚਾਹੁੰਦੇ ਹੋ ਉਹ ਮੰਗ ਲਓ। ਤਾਂ ਭਾਈ ਭਗਤੂ ਜੀ ਦੇ ਮਨ ਵਿੱਚ ਅਜੇ ਸ਼ੰਕਾ ਸੀ ਕਿ ਇਸ ਬੁੱਢੀ ਉਮਰ ਦੇ ਵਿੱਚ ਬੱਚਾ ਤਾਂ ਪੈਦਾ ਨਹੀਂ ਹੋ ਸਕਦਾ, ਤੇ ਉਹਨਾਂ ਨੇ ਕਿਹਾ ਕਿ ਸਾਨੂੰ ਸਿਰਫ ਤੁਹਾਡੇ ਦਰਸ਼ਨ ਦੀਦਾਰੇ ਚਾਹੀਦੇ ਨੇ। ਗੁਰੂ ਪਾਤਸ਼ਾਹ ਨੇ ਦੁਬਾਰਾ ਕਿਹਾ, ਭਾਈ ਜੋ ਤੁਹਾਡੇ ਮਨ ਦੀ ਮੰਗ ਹੈ ਤੁਸੀਂ ਮੰਗ ਸਕਦੇ ਹੋ, ਕੋਈ ਝਿਜਕਣ ਵਾਲੀ ਗੱਲ ਨਹੀਂ। ਤਾਂ ਭਾਈ ਆਦਮ ਜੀ ਨੇ ਫਿਰ ਉਹੀ ਮੰਗ ਕਹੀ ਕਿ ਤੁਹਾਡੇ ਬਸ ਦਰਸ਼ਨ ਦੀਦਾਰੇ ਚਾਹੀਦੇ ਨੇ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਸਵੇਰੇ ਦੁਬਾਰਾ ਆਉਣਾ, ਜੋ ਤੁਹਾਡੇ ਦਿਲ ਦੀ ਜਿਹੜੀ ਭਾਵਨਾ ਹੈ, ਜੋ ਮੰਗ ਹੈ, ਤੁਸੀਂ ਉਹ ਸਾਹਮਣੇ ਰੱਖਣਾ। ਤਾਂ ਇਸੇ ਤਰ੍ਹਾਂ ਜਦੋਂ ਭਾਈ ਆਦਮ ਜੀ ਘਰ ਗਏ ਤੇ ਉਹਨਾਂ ਨੇ ਆਪਣੇ ਪਤਨੀ ਦੇ ਨਾਲ ਸਾਰੀ ਵਿਚਾਰ ਚਰਚਾ ਕੀਤੀ ਕਿ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਦੁਬਾਰਾ ਆਪਣੇ ਦਿਲ ਦੀ ਭਾਵਨਾ ਜਾਂ ਦਿਲ ਦੀ ਮੰਗ ਜਿਹੜੀ ਉਹ ਰੱਖਣ ਲਈ ਕਿਹਾ। ਤਾਂ ਸਵੇਰ ਦੇ ਸਮੇਂ ਜਦੋਂ ਪਾਤਸ਼ਾਹ ਜੀ ਦੇ ਕੋਲ ਆਏ ਤਾਂ ਪਾਤਸ਼ਾਹ ਜੀ ਨੇ ਦੁਬਾਰਾ ਪੁੱਛਿਆ ਤਾਂ ਕਹਿੰਦੇ ਕਿ ਸਾਨੂੰ ਨਾ ਘਰ ਪੁੱਤਰ ਦੀ ਦਾਤ ਚਾਹੀਦੀ ਹੈ। ਤਾਂ ਪਾਤਸ਼ਾਹ ਜੀ ਨੇ ਕੁਝ ਸਮਾਂ ਅੰਤਰ ਧਿਆਨ ਹੋ ਕੇ ਕਿਹਾ, ਭਾਈ ਅਸਲ ਵਿੱਚ ਤੁਹਾਡੇ ਭਾਗਾਂ ਵਿੱਚ ਤਾਂ ਨਹੀਂ ਹੈ, ਪਰ ਪਾਤਸ਼ਾਹ ਜੀ ਕਹਿੰਦੇ ਅਸੀਂ ਤੁਹਾਨੂੰ ਵਚਨ ਕੀਤਾ ਹੈ ਕਿ ਤੁਹਾਡੀ ਜਿਹੜੀ ਮੰਗ ਹੈ, ਤੁਹਾਡੀ ਭਾਵਨਾ ਪੂਰੀ ਕਰਾਂਗੇ, ਤੁਹਾਡੇ ਘਰ ਪੁੱਤਰ ਹੋਏਗਾ ਤੇ ਉਹ ਪੁੱਤਰ ਜਿਹੜਾ ਹੋਏਗਾ ਮੇਰਾ ਨਿਜ ਰੂਪ ਹੀ ਹੋਏਗਾ ਤੇ ਉਹ ਕੋਈ ਬੜਾ ਵੱਡਾ ਭਗਤ ਹੋਏਗਾ। ਤੇ ਜਦੋਂ ਗੁਰੂ ਪਾਤਸ਼ਾਹ ਨੇ ਅਸੀਸ ਦਿੱਤੀ, ਬਖਸ਼ਿਸ਼ ਕੀਤੀ, ਤਾਂ 1 ਸਾਲ ਬਾਅਦ ਭਾਈ ਆਦਮ ਜੀ ਦੇ ਘਰ ਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਭਾਈ ਭਗਤੂ ਜੀ ਰੱਖਿਆ ਗਿਆ।
ਤੇ ਸਾਖੀ ਦੇ ਅਨੁਸਾਰ ਭਾਈ ਭਗਤੂ ਜੀ ਜਦੋਂ ਘਰ ਪੈਦਾ ਹੋਏ ਤਾਂ ਉਹਨਾਂ ਦੇ ਘਰ ਕੋਈ ਪਦਾਰਥ ਨਹੀਂ ਸੀ, ਪਰ ਉਹਨਾਂ ਦੇ ਪੈਦਾ ਹੋਣ ਦੇ ਬਾਅਦ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਆਂਢ ਗੁਆਂਢ ਪਰਿਵਾਰ ਆਇਆ ਹੋਇਆ ਸੀ, ਉਹਨਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਆਪਾਂ ਆਪਣੇ ਘਰੋਂ ਥੋੜ੍ਹਾ ਥੋੜ੍ਹਾ ਸਮਾਨ ਲਿਆ ਕੇ ਇਹਨਾਂ ਨੂੰ ਦੇ ਦਈਏ। ਅਤੇ ਇਸ ਤਰ੍ਹਾਂ ਉਹਨਾਂ ਨੇ ਖਾਦ ਪਦਾਰਥ ਜਾਂ ਬਹੁਤ ਸਮਾਨ ਇਕੱਠਾ ਕਰਕੇ ਭਾਈ ਭਗਤੂ ਜੀ ਜਦੋਂ ਪੈਦਾ ਹੋਏ ਤਾਂ ਭਾਈ ਆਦਮ ਜੀ ਦੇ ਘਰ ਪਹੁੰਚਾ ਦਿੱਤਾ। ਤਾਂ ਉੱਥੇ ਇੱਕ ਬਜ਼ੁਰਗ ਸੀ, ਉਹਨੇ ਭਵਿੱਖਬਾਣੀ ਕੀਤੀ ਕਿ ਤੁਹਾਡਾ ਪੁੱਤਰ ਬੜਾ ਕਰਮਾਂ ਵਾਲਾ ਹੈ, ਬਖਸ਼ਿਸ਼ ਵਾਲਾ ਹੈ, ਜਿਸ ਦੇ ਆਉਣ ਨਾਲ ਤੁਹਾਡੇ ਘਰ ਵਿੱਚ ਪਦਾਰਥ ਆਏ ਹਨ। ਅਤੇ ਜਦੋਂ ਕੁਝ ਸਮੇਂ ਬਾਅਦ ਭਾਈ ਭਗਤੂ ਜੀ ਦੇ ਪਿਤਾ ਭਾਈ ਆਦਮ ਜੀ ਜੋ ਚੜ੍ਹਾਈ ਕਰ ਗਏ, ਅਤੇ ਛੋਟੇ ਹੁੰਦੇ ਤੋਂ ਹੀ ਇਹਨਾਂ ਦੇ ਵਿੱਚ ਕਰਾਮਾਤਾਂ ਸਨ, ਪਰ ਇਹਨਾਂ ਨੇ ਕਦੀ ਆਪਣੀ ਕਰਾਮਾਤਾਂ ਨੂੰ ਪ੍ਰਗਟ ਨਾ ਹੋਣ ਦਿੱਤਾ ਅਤੇ ਆਪਣੇ ਆਪ ਨੂੰ ਲੁਕੋ ਕੇ ਰੱਖਿਆ। ਅਤੇ ਹੁਣ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਗੁਰਿਆਈ ਦੀ ਸੁਸ਼ੋਭਿਤ ਸਨ, ਪਰ ਹੁਣ ਗੁਰੂ ਅਰਜਨ ਸਾਹਿਬ ਜੀ ਸਨ। ਜਦੋਂ ਭਾਈ ਭਗਤੂ ਜੀ ਵੱਡੇ ਹੋਏ ਤਾਂ ਉਹ ਆਪਣੀ ਮਾਤਾ ਜੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਲਈ ਆਏ ਅਤੇ ਦਰਸ਼ਨ ਦੀਦਾਰੇ ਕਰਕੇ ਵਾਪਸ ਜਾਣ ਲੱਗੇ। ਜੇਠ ਦਾ ਮਹੀਨਾ ਸੀ ਅਤੇ ਜੰਗਲ ਦੇ ਵਿੱਚੋਂ ਹੋ ਕੇ ਜਾਣਾ ਸੀ, ਗਰਮੀ ਸੀ ਸਾਰੇ ਪਾਸੇ। ਤਾਂ ਉਹਨਾਂ ਦੀ ਮਾਤਾ ਨੇ ਕਿਹਾ ਵੀ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ, ਪਿਆਸ ਲੱਗੀ ਹੈ, ਮੈਂ ਪਾਣੀ ਪੀਣਾ ਚਾਹੁੰਦੀ ਹਾਂ। ਭਾਈ ਭਗਤੂ ਨੇ ਕਿਹਾ ਭਈ 3 ਕੋਹ ਅਤੇ 3 ਮੀਲ 'ਤੇ ਆਪਾਂ ਹੁਣ ਪਿੰਡ ਹੈਗਾ, ਆਪਾਂ ਉੱਥੇ ਜਾ ਕੇ ਪਾਣੀ ਪੀਓ। ਪਰ ਭਾਈ ਭਗਤੂ ਜੀ ਦੇ ਮਾਂ ਨੇ ਕਿਹਾ ਨਹੀਂ ਬਈ, ਮੇਰੇ ਕੋਲ ਤਾਂ ਹੁਣ ਤੁਰਿਆ ਨਹੀਂ ਜਾਂਦਾ, ਅੱਧਾ ਮੀਲ ਵੀ ਨਹੀਂ ਤੁਰਿਆ ਜਾਣਾ, ਮੈਂ ਪਾਣੀ ਤੋਂ ਬਿਨਾਂ ਨਹੀਂ ਜਾ ਸਕਦੀ। ਭਾਈ ਭਗਤੂ ਜੀ ਕਹਿੰਦੇ ਕੋਈ ਗੱਲ ਨਹੀਂ, ਫਿਰ ਮੈਂ ਪਾਣੀ ਲੈ ਕੇ ਆਉਣਾ। ਅਤੇ ਕਹਿੰਦੇ ਜੇਕਰ ਤੁਹਾਨੂੰ ਪਿਆਸ ਲੱਗੇ ਤੁਸੀਂ ਕੀ ਕਰਨਾ, ਜੇਕਰ ਤੁਹਾਨੂੰ ਪਿਆਸ ਲੱਗੇ ਤਾਂ ਤੁਸੀਂ ਕੀ ਕਰਨਾ, ਇੱਥੇ ਇੱਕ ਜਿਹੜੀ ਚਟਾਨ ਪਈ ਹੈ ਛੋਟੀ ਜਿਹੀ, ਇਹਨੂੰ ਪਰੇ ਕਰਨਾ, ਇਹਦੇ ਥੱਲੇ ਪਾਣੀ ਹੋਏਗਾ ਅਤੇ ਉਹਨੂੰ ਪੀ ਕੇ ਆਪਣੀ ਪਿਆਸ ਬੁਝਾ ਲੈਣਾ, ਤਾਂ ਫਿਰ ਉਸੇ ਤਰ੍ਹਾਂ ਰੱਖ ਦੇਣਾ ਅਤੇ ਇਸ ਨੂੰ ਪ੍ਰਗਟ ਨਹੀਂ ਕਰਨਾ ਹੈਗਾ, ਅਤੇ ਮੈਂ ਉਨੀ ਦੇਰ ਤੱਕ ਹੋਰ ਪਾਣੀ ਲੈ ਕੇ ਆ ਜਾਵਾਂਗਾ। ਜਦੋਂ ਭਾਈ ਭਗਤੂ ਜੀ ਚਲੇ ਗਏ ਤਾਂ ਕੀ ਹੋਇਆ ਕਿ ਉਹਨਾਂ ਦੀ ਮਾਤਾ ਨੂੰ ਪਿਆਸ ਲੱਗੀ, ਤਾਂ ਉਹਨਾਂ ਨੇ ਕੀ ਕੀਤਾ, ਉਹ ਢਿੱਗ ਚੱਕੀ ਅਤੇ ਢਿੱਗ ਚੱਕ ਕੇ ਅਤੇ ਉਹਦੇ 'ਚੋਂ ਪਾਣੀ ਜਿਹੜਾ ਨਿਕਲਿਆ ਬੜਾ ਸ਼ੀਤਲ, ਬੜਾ ਸਵਾਦ ਸੀ। ਤਾਂ ਉਹਨਾਂ ਨੇ ਪੀਤਾ, ਆਪਣਾ ਕੱਪੜੇ ਗਿੱਲੇ ਕੀਤੇ ਅਤੇ ਸਰੀਰ ਨੂੰ ਠੰਡਕ ਮਹਿਸੂਸ ਹੋਈ, ਪਰ ਉਹ ਭੁੱਲ ਗਈ ਕਿ ਇਸ ਢਿੱਗ ਨੂੰ ਦੁਬਾਰਾ ਉੱਥੇ ਰੱਖਣਾ ਹੈ ਜੋ ਕਿ ਮੇਰੇ ਪੁੱਤਰ ਨੇ ਕਿਹਾ ਸੀ। ਅਤੇ ਉਹ ਛਾਵੇਂ ਜਾ ਕੇ ਬੈਠ ਗਏ। ਉਨੀ ਦੇਰ ਨੂੰ ਇੱਕ ਆਜੜੀ ਆਇਆ, ਆਜੜੀ ਨੇ ਦੇਖਿਆ ਕਿ ਇੱਥੇ ਤਾਂ ਪਾਣੀ ਹੈ ਨਹੀਂ ਸੀ, ਸਾਰਾ ਸੁੱਕਾ ਸੀ, ਅਤੇ ਇੱਥੇ ਪਾਣੀ ਕਿੱਥੋਂ ਪ੍ਰਗਟ ਹੋ ਗਿਆ। ਅਤੇ ਉਹਦੇ ਪਹਿਲਾਂ ਤਾਂ ਜਿਹੜੇ ਨਾਲ ਜਾਨਵਰ ਸਨ ਉਹਨਾਂ ਨੇ ਪਾਣੀ ਰੱਜ ਰੱਜ ਕੇ ਪੀਤਾ ਅਤੇ ਆਣ ਕੇ ਮਾਤਾ ਨੂੰ ਪੁੱਛਿਆ, ਮਾਤਾ ਜੀ ਇੱਥੇ ਤਾਂ ਕੋਈ ਪਾਣੀ ਹੈ ਨਹੀਂ ਸੀ, ਗਰਮੀ ਕਰਕੇ ਜੋ ਹੈ ਸੀ ਉਹ ਵੀ ਸੁੱਕ ਗਿਆ ਸੀ, ਇਹ ਪਾਣੀ ਕਿੱਥੋਂ ਪ੍ਰਗਟ ਹੋ ਗਿਆ। ਤਾਂ ਮਾਤਾ ਨੇ ਸਾਰੀ ਵਿਥਾ ਸੁਣਾਤੀ ਕਿ ਮੇਰਾ ਪੁੱਤਰ ਭਗਤੂ ਹੈ, ਉਸ ਨੇ ਕਿਹਾ ਸੀ ਕਿ ਇੱਦਾਂ ਕਰਨਾ ਅਤੇ ਇਹ ਪਾਣੀ ਜਿਹੜਾ ਇੱਥੇ ਆ ਜਾਏਗਾ। ਅਤੇ ਜਦੋਂ ਭਾਈ ਭਗਤੂ ਜੀ ਵਾਪਸ ਆਏ ਤਾਂ ਉਹਨਾਂ ਨੇ ਇਹ ਦੇਖ ਕੇ ਹੈਰਾਨ ਹੋਏ ਅਤੇ ਮਾਤਾ ਜੀ ਨੂੰ ਪੁੱਛਿਆ ਤੁਸੀਂ ਤੁਹਾਨੂੰ ਇਹ ਕਿਹਾ ਸੀ ਕਿ ਤੁਸੀਂ ਇਸ ਨੂੰ ਵਾਪਸ ਢੱਕ ਦੇਣਾ ਸੀ, ਤੁਸੀਂ ਢੱਕਿਆ ਕਿਉਂ ਨਹੀਂ। ਤਾਂ ਮਾਤਾ ਜੀ ਕਹਿੰਦੇ ਜਦੋਂ ਮੈਨੂੰ ਪਿਆਸ ਲੱਗੀ, ਪਾਣੀ ਮੈਂ ਪੀਤਾ ਅਤੇ ਉਸ ਤੋਂ ਬਾਅਦ ਮੈਂ ਨਿਸ਼ਚਿੰਤ ਹੋ ਗਈ, ਮੈਨੂੰ ਚੇਤੇ ਨਹੀਂ ਰਿਹਾ ਅਸਲ ਵਿੱਚ ਇਹ ਗੱਲ ਨੂੰ ਕਿ ਦੁਬਾਰਾ ਉਸ ਉੱਪਰ ਮੈਂ ਢਿੱਗ ਰੱਖ ਦੇਵਾਂ। ਅਤੇ ਇਸ ਤਰ੍ਹਾਂ ਭਾਈ ਭਗਤੂ ਜੀ ਜਿਹੜੀ ਕਰਾਮਾਤ ਸੀ ਉਹ ਸਾਰੇ ਸੰਸਾਰ ਵਿੱਚ, ਸਾਰੇ ਜਗਤ ਵਿੱਚ ਪ੍ਰਗਟ ਹੋ ਗਈ ਕਿ ਭਾਈ ਭਗਤੂ ਜੀ ਕੋਈ ਰੱਬੀ ਸ਼ਖਸੀਅਤ ਹੈ ਜਿਨ੍ਹਾਂ ਦੇ ਵਚਨਾਂ ਵਿੱਚ ਸੱਤਿਆ ਹੈ। ਅਤੇ ਇਹ ਸਾਰੀ ਜਿਹੜੀ ਬਖਸ਼ਿਸ਼ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰੋਂ ਹੋਈ ਸੀ। ਇਸ ਤਰ੍ਹਾਂ ਉਹਨਾਂ ਦੀ ਪ੍ਰਸਿੱਧੀ ਸਾਰੇ ਇਲਾਕੇ ਵਿੱਚ ਫੈਲ ਗਈ ਅਤੇ ਭਾਈ ਭਗਤੂ ਜੀ ਕੁਝ ਸਮੇਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ। ਉੱਥੇ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ, ਰੱਬ ਦੀ ਬੰਦਗੀ ਕਰਨ ਲੱਗ ਗਏ। ਇਸ ਤਰ੍ਹਾਂ ਉਹਨਾਂ ਨੇ ਜਿਹੜਾ ਆਪਣਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਿਆਂ ਹੋਇਆ ਅਤੇ ਆਪਣੀ ਕਰਾਮਾਤੀ ਜਿਹੜੀਆਂ ਸਨ ਉਹਨਾਂ ਨੂੰ ਛੁਪਾ ਕੇ ਆਪਣੇ ਅੰਦਰ ਡੂੰਘੇ ਕਿਧਰੇ ਲੁਕੋ ਕੇ ਰੱਖੀਆਂ ਅਤੇ ਰੱਬੀ ਨਾਮ ਵਿੱਚ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ। ਇੰਨੀਆਂ ਕੁ ਵਿਚਾਰਾਂ ਕਰਦਿਆਂ ਅਨੇਕਾਂ ਹੀ ਭੁੱਲਾਂ ਗਲਤੀ ਦੀ ਮਾਫੀ ਬਖਸ਼ ਦੇਣੀ। ਫਤਿਹ ਨਾਲ ਸਾਂਝ ਪਾਓ, ਸਤਿਕਾਰ ਸਹਿਤ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।